Hello, good morning students. Today we will do the second part of the parts of speech, which is pronoun. First of all, let us know what is pronoun. A pronoun is a word that is used in place of a noun. ठीक है, मतलब कि noun ਦੀ ਜਗ੍ਹਾ ਤੇ ਕਿਸੇ ਵੀ ਚੀਜ਼ ਨੂੰ ਆਪਾਂ ਵਰਤਦੇ ਹਾਂ, ਠੀਕ ਹੈ, ਜੋ ਕਿ noun ਨੂੰ ਰਿਪਲੇਸ ਕਰਦਾ, ਠੀਕ ਹੈ, ਉਹਨੂੰ ਆਪਾਂ ਕਹਾਂਗੇ pronoun. ਠੀਕ ਹੈ ਜੀ. For example, Ram is intelligent boy, ਹੀ ਵਰਕਸ ਵੈਰੀ ਹਾਰਡ. ਇਸ ਸੈਂਟੈਂਸ ਦੇ ਵਿੱਚ ਹੀ ਰਿਪਲੇਸ ਕਰਦਾ ਰਾਮ ਨੂੰ. ਠੀਕ ਹੈ, ਰਾਮ ਇਜ਼ ਐਨ ਇੰਟੈਲੀਜੈਂਟ ਬੋਏ, ਹੀ ਵਰਕਸ ਵੈਰੀ ਹਾਰਡ. ਮਤਲਬ ਕਿ ਹੀ ਕੀ ਹੈ, ਰਾਮ ਨੂੰ ਰਿਪਲੇਸ ਕਰਦਾ. ਰਾਮ ਕੀ ਹੈ, ਨਾਊਨ. ਠੀਕ ਹੈ, ਅਤੇ ਹੀ ਜਦੋਂ ਰਿਪਲੇਸ ਕਰ ਰਿਹਾ ਤਾਂ ਹੀ ਕੀ ਬਣ ਗਿਆ ਇੱਥੇ, ਪ੍ਰੋਨਾਊਨ. ਨਾਓ ਲੈਟ ਅਸ ਟਾਕ ਅਬਾਊਟ ਕਾਈਂਡਸ ਆਫ ਪ੍ਰੋਨਾਊਨ. ਇਟ ਇਜ਼ ਬੇਸਿਕਲੀ ਆਫ 9 ਟਾਈਪਸ. ਫਸਟ ਇਜ਼ ਪਰਸਨਲ ਪ੍ਰੋਨਾਊਨ. Personal pronoun is a pronoun that refers to a person, place or thing. ਕਿਸੇ ਖਾਸ ਜਗ੍ਹਾ ਦਾ ਜਿੱਥੋਂ ਪਤਾ ਲੱਗੇ ਹੈ ਨਾ ਆਪਾਂ ਨੂੰ. ਫੋਰ ਐਗਜ਼ਾਮਪਲ, ਖਾਸ ਦਾ ਮਤਲਬ ਕਿ ਇੱਕ ਪਰਸਨ ਵੱਲ ਇੰਡੀਕੇਸ਼ਨ ਹੋ ਰਹੀ ਹੈ. ਠੀਕ ਹੈ, ਪਰਸਨਲ ਪ੍ਰੋਨਾਊਨ ਦਾ ਮਤਲਬ ਕਿ ਪਰਸਨ ਵੱਲ, ਥਿੰਗ ਵੱਲ. ਠੀਕ ਹੈ, ਆਪਣੇ ਬੰਦੇ ਵੱਲ. ਠੀਕ ਹੈ, ਫੋਰ ਐਗਜ਼ਾਮਪਲ, ਆਈ ਐਮ ਡੂਇੰਗ ਮਾਈ ਵਰਕ. ਹੇਅਰ ਆਈ ਇਜ਼ ਪਰਸਨਲ ਪ੍ਰੋਨਾਊਨ. ਯੂ ਆਰ ਅ ਨਾਈਸ ਬੋਏ. ਇਨ ਦਿਸ ਸੈਂਟੈਂਸ ਯੂ ਇਜ਼ ਅ ਪਰਸਨਲ ਪ੍ਰੋਨਾਊਨ. Now let's talk about second type. Second one is reflexive pronoun. Reflexive pronoun, we can talk about this in example. I hid myself from direct sunlight. It means that I hid myself, मतलब कि जिस दे पिछे self लग जाए है ना. Reflexive ਦਾ ਮਤਲਬ ਕਿ when the action done by the subject turns back upon the subject. ਯਾਨੀ ਕਿ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈਗਾ, ਠੀਕ ਹੈ, ਇੱਕ ਪਰਸਨ ਦੇ ਵੱਲੋਂ ਉਸ 'ਤੇ ਹੀ ਦੁਬਾਰਾ ਟਰਨ ਬੈਕ ਕਰਦੇ, ਠੀਕ ਹੈ, ਜਾਂ ਰਿਫਲੈਕਟ ਕਰਦੇ ਹੈ ਨਾ, ਉਸ ਨੂੰ ਆਪਾਂ ਕਹਾਂਗੇ. ਯਾਨੀ ਕਿ ਐਡਿੰਗ ਸੈਲਫ ਔਰ ਸੈਲਵਸ ਟੂ ਦਾ ਪੋਸੈਸਿਵ ਪ੍ਰੋਨਾਊਨ. ਫੋਰ ਐਗਜ਼ਾਮਪਲ, ਆਈ ਹਿਡ ਮਾਈ ਸੈਲਫ ਫਰੋਮ ਡਾਇਰੈਕਟ ਸਨਲਾਈਟ. ਮੈਂ ਆਪਣੇ ਆਪ ਨੂੰ ਬਚਾ ਲਿਆ ਡਾਇਰੈਕਟ ਸਨਲਾਈਟ ਤੋਂ. ਠੀਕ ਹੈ, ਹੇਅਰ ਮਾਈ ਸੈਲਫ ਇਜ਼ ਰਿਫਲੈਕਸਿਵ ਪ੍ਰੋਨਾਊਨ. ਯੂ ਹਰਟ ਯੋਰ ਸੈਲਫ. ਤੁਸੀਂ ਆਪਣੇ ਆਪ ਨੂੰ ਚੋਟ ਪਹੁੰਚਾਈ. ਯੂ ਹਰਟ ਯੋਰ ਸੈਲਫ. ਯੋਰ ਸੈਲਫ ਇਜ਼ ਰਿਫਲੈਕਸਿਵ ਪ੍ਰੋਨਾਊਨ ਹੇਅਰ. ਹੀ ਹੈਲਪਡ ਮੀ ਹਿਮਸੈਲਫ. ਉਸਨੇ ਆਪਣੇ ਆਪ ਮੇਰੀ ਮਦਦ ਕੀਤੀ. ਹਿਮਸੈਲਫ ਇਜ਼ ਰਿਫਲੈਕਸਿਵ ਪ੍ਰੋਨਾਊਨ. ਨਾਓ ਲੈਟ ਅਸ ਟਾਕ ਅਬਾਊਟ ਦਾ ਥਰਡ ਟਾਈਪ. ਥਰਡ ਵਿਚ ਇਜ਼ ਇੰਟੈਰੋਗੇਟਿਵ. it is clear from its name that interrogative means it is used to ask questions. Interrogative pronouns are those that are used to ask questions. They are words of interrogation. ठीक है, इंटैरोगेशन मतलब कि गलबात, क्वेश्चन, छाणबीन. ठीक है, ਇੱਦਾਂ ਦੀ ਗੱਲ ਵਾਸਤੇ ਆਪਾਂ ਯੂਜ਼ ਕਰਦੇ ਹਾਂ ਇੰਟੈਰੋਗੇਟਿਵ ਪ੍ਰੋਨਾਊਨਸ ਨੂੰ. ਫੋਰ ਐਗਜ਼ਾਮਪਲ, ਵਾਟ ਆਰ ਯੂ ਡੂਇੰਗ. ਕੀ ਕਰ ਰਹੇ ਹੋ, ਇਸ ਦੇ ਵਿੱਚ ਕੁਐਸਚਨ ਮਾਰਕ ਲੱਗਿਆ ਨਾ, ਇੰਟੈਰੋਗੇਸ਼ਨ ਹੋ ਰਹੀ ਹੈ. ਦੈਨ ਲੈਟ ਅਸ ਟੇਕ ਵਨ ਮੋਰ ਐਗਜ਼ਾਮਪਲ, ਹੂ ਟੈਲੀਫੋਨਡ ਯੂ ਜਾਂ ਹੂ ਕਾਲਡ ਯੂ. ਹੂ ਦਾ ਮਤਲਬ ਕਿ ਕੁਐਸਚਨ, ਇੰਟੈਰੋਗੇਸ਼ਨ ਹੋ ਰਹੀ ਹੈ. ਠੀਕ ਹੈ, ਵਾਟ ਆਰ ਯੂ ਰਾਈਟਿੰਗ. ਦਿਸ ਇਜ਼ ਇੰਟੈਰੋਗੇਟਿਵ ਪ੍ਰੋਨਾਊਨ. ਨਾਓ ਇਟਸ ਟਰਨ ਆਫ fourth type, demonstrative pronoun. Demonstrative pronoun is one that points to the noun that is replacing. ਜਿਹੜਾ ਕਿ ਰਿਪਲੇਸ ਕਰਦੇ ਹੈ ਨਾ, ਸੰਕੇਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਕਿਸੇ ਚੀਜ਼ ਵੱਲ ਡਾਇਰੈਕਸ਼ਨ ਕਰ ਰਿਹਾ. ਠੀਕ ਹੈ, ਫੋਰ ਐਗਜ਼ਾਮਪਲ, ਦਿਸ ਇਜ਼ ਅ ਨਾਈਸ ਬੁੱਕ. ਦਿਸ ਕੀ ਹੈ, ਇਹ ਇੱਕ ਨਾਈਸ ਬੁੱਕ ਹੈ. ਦੈਟ ਇਜ਼ ਮਾਈ ਹਾਊਸ. ਉਹ ਮੇਰਾ ਘਰ ਹੈ. ਠੀਕ ਹੈ, ਦੈਟ, ਦਿਸ, these are called demonstrative pronouns. These are my class fellows, yeah, these are my best friends. So these, that, this, those. ठीक है, these all are demonstrative pronouns. Fifth one is relative pronouns. Relative pronouns are those which are placed before them. Relative pronouns refer to the nouns which are placed before them. ਜਿਹੜੇ ਕਿ ਉਸ ਤੋਂ ਪਹਿਲਾਂ ਪਲੇਸ ਕੀਤੇ ਜਾਂਦੇ ਨੇ. ਠੀਕ ਹੈ, these noun are also called antecedent of such relative. For example, ਆਪਾਂ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾ ਦਿੰਦੇ ਹਾਂ. ਠੀਕ ਹੈ, I know the boy who has stood first. ਮੈਂ ਉਸ ਲੜਕੇ ਨੂੰ ਜਾਂ ਉਸ ਮੁੰਡੇ ਨੂੰ ਜਾਣਦਾ. ਠੀਕ ਹੈ, ਜਿਹੜਾ ਫਸਟ ਪੋਜੀਸ਼ਨ 'ਤੇ ਆਇਆ. ਹੂ ਇਜ਼ ਰਿਲੇਟਿਵ ਪ੍ਰੋਨਾਊਨ, ਜਿਹੜਾ ਕਿ ਕਿਸੇ ਚੀਜ਼ ਨਾਲ ਰਿਲੇਟ ਕਰਦਾ. ਠੀਕ ਹੈ, ਆਪਾਂ ਨੂੰ ਰਿਲੇਟਿਵ ਪ੍ਰੋਨਾਊਨ. ਮਾਈ ਅੰਕਲ ਵਾਂਟਸ ਟੂ ਸੈਲ ਦਾ ਕਾਰ ਵਿਚ ਹੀ ਬੋਟ ਇਨ 1995. ਮਾਈ ਅੰਕਲ ਮਤਲਬ ਮੇਰੇ ਅੰਕਲ ਉਹ ਕਾਰ ਵੇਚਣੀ ਚਾਹੁੰਦੇ ਨੇ ਜਿਹੜੀ ਉਹਨਾਂ ਨੇ 1995 ਦੇ ਵਿੱਚ ਖਰੀਦੀ ਸੀ. ਵਿਚ ਇਜ਼ ਰਿਲੇਟਿਵ ਪ੍ਰੋਨਾਊਨ ਹੇਅਰ. ਦਾ ਪਲੇਅਰਸ ਹੂਮ ਯੂ ਮੀਟ ਆਰ ਦਾ ਬੈਸਟ. ਉਹ ਪਲੇਅਰਸ ਜਿਨ੍ਹਾਂ ਨੂੰ ਤੁਸੀਂ ਮਿਲਣ ਜਾ ਰਹੇ ਹੋ ਬੈਸਟ ਨੇ. ਠੀਕ ਹੈ, ਜਿਨ੍ਹਾਂ ਨੂੰ ਮਤਲਬ ਕਿ ਹੂਮ ਇਜ਼ ਰਿਲੇਟਿਵ ਪ੍ਰੋਨਾਊਨ ਹੇਅਰ. ਮਤਲਬ ਕਿ ਆਪਾਂ ਫੋਰ ਐਗਜ਼ਾਮਪਲ ਬੇਸਿਕਲੀ ਦੱਸ ਦੇਣਾ ਤੁਹਾਨੂੰ ਮੈਂ,
who which that whom ਇਹ ਸਾਰੇ ਕੀ ਨੇ ਰਿਫਲੈਕਟਿਵ ਰਿਲੇਟਿਵ ਪ੍ਰੋਨਾਊਨਸ ਨੇ ਠੀਕ ਹੈ। 6th ਪਾਰਟ ਕਰਦੇ ਹਾਂ ਆਪਾਂ ਡਿਸਟਰੀਬਿਊਟਿਵ ਪ੍ਰੋਨਾਊਨਸ। ਡਿਸਟਰੀਬਿਊਟਿਵ you can take examples of distributive as which this pronoun distribute the work or this distribute the noun in different positions. It talks of a single word like we say each, either, neither, none ठीक है। एग्जाम्पल ले लो एक, ईच ऑफ द गर्ल्स गॉट अ प्राइज़। ईच मतलब कि कल्ले कल्ले नूं ठीक है, हर एक गर्ल नूं ਸਾਰੀਆਂ ਕੁੜੀਆਂ ਦੇ ਵਿੱਚੋਂ ਹਰ ਇੱਕ ਨੂੰ ਪ੍ਰਾਈਜ਼ ਮਿਲਿਆ। ਈਚ ਆਫ ਦ ਗਰਲਜ਼ ਗੋਟ ਅ ਪ੍ਰਾਈਜ਼। ਈਦਰ ਆਫ ਦੀਜ਼ ਆਈਟਮਸ ਕੋਸਟ ₹10 ਮਤਲਬ ਇਹਨਾਂ 'ਚੋਂ ਜਿਹੜੀ ਮਰਜ਼ੀ ਜਿਹੜੀ ਇੱਕ ਠੀਕ ਹੈ ਤੁਸੀਂ ਆਈਟਮ ਖਰੀਦ ਲਓ ₹10 ਦੀ ਹੈ ਠੀਕ ਹੈ। ਇੱਕ ਹੋਰ ਐਗਜ਼ਾਮਪਲ, ਨੀਦਰ ਆਫ ਯੂ ਕੈਨ ਲੀਵ ਦਿਸ ਪਲੇਸ। ਤੁਹਾਡੇ 'ਚੋਂ ਕੋਈ ਵੀ ਇਹ ਪਲੇਸ ਨਹੀਂ ਛੱਡ ਸਕਦਾ ਠੀਕ ਹੈ, ਇਹ ਜਗ੍ਹਾ ਨਹੀਂ ਛੱਡ ਸਕਦਾ ਕੋਈ ਵੀ। ਮਤਲਬ ਇੱਕ ਪਰਸਨ ਦੀ ਗੱਲ ਹੋ ਰਹੀ ਹੈ ਨਾ, ਇਕੱਲੇ ਇਕੱਲੇ ਦੀ। ਡਿਸਟਰੀਬਿਊਟ ਕਰਤੀ ਨਾ ਗੱਲ। ਡਿਸਟਰੀਬਿਊਟਿਵ ਪ੍ਰੋਨਾਊਨਸ ਇਹ ਸਾਰੇ ਨੇ, ਈਚ, ਈਦਰ, ਨੀਦਰ, ਨਨ, ਦੀਜ਼ ਆਲ ਆਰ ਡਿਸਟਰੀਬਿਊਟਿਵ ਪ੍ਰੋਨਾਊਨਸ। ਲੈਟ ਅਸ ਟਾਕ ਅਬਾਊਟ 7th ਵਿਚ ਇਜ਼ indefinite. Indefinite pronouns are called indefinite because they do not specify, indicate the things or person which they refer to. ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਗੱਲ ਕਿਹਦੀ ਹੋ ਰਹੀ ਹੈ ਠੀਕ ਹੈ, ਕੋਈ ਗੱਲ ਸਪੈਸੀਫਾਈ ਨਹੀਂ ਹੁੰਦੀ। ਨਥਿੰਗ ਇਜ਼ ਸ਼ੋਰ ਅਬਾਊਟ ਵਿਚ ਥਿੰਗ ਇਟ ਇਜ਼ ਟਾਕਡ ਅਬਾਊਟ ਇਨ ਦਾ ਸੈਂਟੈਂਸ। ਫॉर एग्जाम्पल नन इज़ इमॉर्टल ठीक है, कोई भी मतलब कि मौत तो नहीं बच सकता या कोई भी इदां दी चीज़ नहीं हैगी जिहड़ी खत्म नहीं हो सकती ठीक है। कोई भी मतलब कोई भी चीज़ है ना, कोई एक स्पैसीफाई चीज़ तो नहीं उन्होंने दसी ठीक है। सम आर वाइज सम आर अदरवाइज, कुछ सियाणे ने कुछ नहीं है ना, कुछ भी नहीं पता अपन भी कौन सियाणे ने कौन नहीं है। नो बडी लाइकड द आइडिया, किसी को भी आइडिया पसंद नहीं आया बट वो किसी का परसन की स्पैसीफिक इंडिकेशन या कोई डिटेल नहीं मिली है ना अपन। सो ये सारे की ने इंडेफिनिट प्रोनाउंस। सम ऑफ द इंडेफिनिट प्रोनाउंस दी एग्जाम्पल्स की ने एनी, एनीबडी, मैनी, नो वन, नन, लिटल, फ्यू या आप कह सकते हैं सम, समबन, समबडी ठीक है। ये सारे की ने दिस ऑल आर एग्जाम्पल्स ऑफ इंडेफिनिट प्रोनाउंस। नाउ लेट्स टॉक अबाउट द नेक्स्ट टाइप विच इज़ रेसिप्रोकल प्रोनाउन। रेसिप्रोकल pronouns which are called these are also called compound pronouns are formed by joining two words to show mutual relationship। एक दूजे की रिलेशनशिप ये इकट्ठे ही वरते जाते हैं ठीक है। और जिद्दां आपां गल करते हुंदे हां ईच अदर, वन अनदर ठीक है, these all are reciprocal pronouns। let us take two examples for this। both the sisters love each other। इट मीनस दैट दोनों भैणां एक दूजे को प्यार करते हैं। एक दूजे मतलब कि ईच अदर, ईच तो अदर ये कट्ठे नहीं, मतलब हमेशा जो कट्ठे वरते जाएंगे दैन दीज आर कॉल्ड रेसिप्रोकल प्रोनाउंस। ऑल द स्टूडेंट्स ऑफ माई क्लास हैल्प वन अनदर। वन अनदर इज़ रेसिप्रोकल प्रोनाउन हेयर। नाउ इट्स द टाइम ऑफ लास्ट पार्ट विच इज़ कॉल्ड एम्फैटिक प्रोनाउंस। द प्रोनाउंस विच आर यूज्ड टू ले एम्फेसिस आर कॉल्ड एम्फैटिक प्रोनाउंस। मतलब कि ਜਿਹੜੇ ਦਬਾਅ ਪਾਉਣ ਲਈ ਹੋਣ ਹੈ ਨਾ, ਜਿਹੜੇ ਦਬਾਅ ਪਾਉਂਦੇ ਹੋਣ। फॉर एग्जाम्पल आई माई सैल्फ वॉश माई क्लोथ्स। माई सैल्फ की हो गया मैं अपने आप अपने कपड़े धोते ठीक है या धोंदा हाँ। आई माई सैल्फ इज़ एम्फैटिक प्रोनाउन। गांधी जी हिम सैल्फ डिड ऑल हिस वर्क। गांधी जी अपना काम आप किया, गांधी जी ने अपना काम आप किया। हिम सैल्फ इज़ एम्फैटिक प्रोनाउन। गणेश हिम सैल्फ रोड द ऐसे। गणेश ने अपने आप एक ऐसे लिखिया। सो हिम सैल्फ, हर सैल्फ, दैम सैल्फ दीज ऑल आर emphatic pronouns। so these all were the types of emphatic pronouns and these all were the 9 types of pronoun। सो बच्चे तुसीं सारिਆਂ ने इन्हूं नोटबुक ते कर लेना ठीक है। वीडियो देख के ਜਿਹੜੀਆਂ एग्जाम्पल्स आपां बोलियां ने ठीक है वो भी नोट कर ਲੈਣੀਆਂ ने। ते परसनल प्रोनाउन रिफ्लैक्स ये सारियां टाइप्स की एक डेफिनेशन भी आपां बोली है ना, वो भी तुसीं अपनी नोटबुक ते उतार लेनी है ठीक है बच्चे। ऑल द बेस्ट, थैंक यू।